प्यारी साध संगत जी, अज मन कीता है कि परमात्मा दे घर दी कोई गल करिए, कोई कथा वार्ता करिए। सो कथा आरंभ करन तो पहला आप समूह संगतां दे सन्मुख बेनती है, आओ रल मिल के गुर फतेह दे नाल सांझ पाइए ते प्यार दे नाल उच्चारण करो, वाहिगुरु जी का खालसा वाहिगुरु जी की फतेह। ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੀਵਨ ਦੀ ਇੱਕ ਸਾਖੀ ਤੋਂ ਵਿਚਾਰ ਸ਼ੁਰੂ ਕਰਾਂ। ਪੰਡਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਸਤਿਗੁਰੂ ਜੀ, ਇਹ ਦੱਸੋ ਕਿ ਸਤਸੰਗ ਕਰਨ ਦਾ ਕੀ ਫਾਇਦਾ ਹੈ। ਤੇ ਉਸ ਸਮੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਜੋ ਕਿ ਗੁਰੂ ਪਾਤਸ਼ਾਹ ਜੀ ਦੀ ਜੀਵਨ ਸਾਖੀ ਦੇ ਵਿੱਚ ਇਹ ਕਥਾ ਹੁੰਦੀ ਹੈ, ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਜਾ ਕੇ ਬਾਹਰ ਪਿੰਡ ਦੇ ਫਲਾਣੇ ਦਰਖਤ ਦੇ ਹੇਠਾਂ ਬੈਠ ਜਾ, ਸ਼ਾਮ ਨੂੰ ਆ ਕੇ ਗੱਲ ਕਰੀ, ਤੈਨੂੰ ਪਤਾ ਲੱਗ ਜਾਏਗਾ। ਸ਼ਾਮ ਨੂੰ ਜਦੋਂ ਪੰਡਤ ਪਹੁੰਚਿਆ ਵਾਪਸ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਦੱਸੋ ਪੰਡਤ ਜੀ, ਕੁਝ ਵੇਖਿਆ? ਕਹਿਣ ਲੱਗਾ, ਪਾਤਸ਼ਾਹ ਮੈਂ ਕੁਝ ਨਹੀਂ ਦੇਖਿਆ। ਹਾਂ, ਇੱਕ ਗੱਲ ਕਹਿ ਸਕਦਾ ਹਾਂ ਕਿ ਉੱਥੇ ਇੱਕ ਕਾਵਾਂ ਦਾ ਜੋੜਾ ਬੈਠਾ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਚੰਗਾ ਭਾਈ, ਕੱਲ੍ਹ ਨੂੰ ਜਾਵੀਂ। ਅਗਲੇ ਦਿਨ ਜਦੋਂ ਉਹ ਪੰਡਤ ਗਿਆ, ਸ਼ਾਮ ਨੂੰ ਜਦੋਂ ਵਾਪਸ ਮੁੜਿਆ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਪੰਡਤ ਜੀ ਕੁਝ ਦੇਖਿਆ? ਤੇ ਉਸ ਸਮੇਂ ਪੰਡਤ ਕਹਿਣ ਲੱਗਾ, ਸਤਿਗੁਰੂ ਜੀ ਇੱਕ ਬਗਲਿਆਂ ਦਾ ਜੋੜਾ ਸੀ, ਬਸ ਹੋਰ ਤੇ ਕੁਝ ਨਹੀਂ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਚੰਗਾ ਭਾਈ, ਕੱਲ੍ਹ ਨੂੰ ਜਾਵੀਂ। ਅਗਲੇ ਦਿਨ ਗਿਆ, ਫਿਰ ਵਾਪਸ ਆਇਆ, ਕਹਿਣ ਲੱਗਾ, ਪਾਤਸ਼ਾਹ ਇੱਕ ਹੰਸਾਂ ਦਾ ਜੋੜਾ ਸੀ। ਤੇ ਫਿਰ ਸਾਹਿਬ ਕਹਿਣ ਲੱਗੇ, ਚੰਗਾ ਕੱਲ੍ਹ ਨੂੰ ਜਾਵੀਂ। ਜਦੋਂ ਚੌਥੇ ਦਿਨ ਗਿਆ, ਵਾਪਸ ਆ ਕੇ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ, ਜਿਹੜੇ ਗੁਰਮੁਖਾਂ ਦਾ ਸੰਗ ਕਰਨਾ ਉਹਦਾ ਕੀ ਫਾਇਦਾ ਹੈ, ਮੈਨੂੰ ਅੱਜ ਪਤਾ ਲੱਗ ਗਿਆ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਭਲਿਆ ਲੋਕਾ, ਤੈਨੂੰ ਤੇ ਪਤਾ ਲੱਗ ਗਿਆ ਹੈ, ਸਭ ਸੰਗਤਾਂ ਨੂੰ ਦੱਸ ਕਿ ਉਸ ਦਾ ਕੀ ਫਾਇਦਾ ਹੈ। ਕਹਿਣ ਲੱਗਾ, ਗੁਰੂ ਪਾਤਸ਼ਾਹ ਜੀ, ਪਹਿਲੇ ਦਿਨ ਕਾਵਾਂ ਦਾ ਜੋੜਾ ਸੀ, ਦੂਸਰੇ ਦਿਨ ਬਗਲਿਆਂ ਦਾ ਉਹੀ ਜੋੜਾ ਬਣ ਗਿਆ, ਤੀਸਰੇ ਦਿਨ ਹੰਸਾਂ ਦਾ ਬਣ ਗਿਆ, ਤੇ ਚੌਥੇ ਦਿਨ ਉਹ ਮੁਕਤ ਹੋ ਕੇ ਇਸ ਸੰਸਾਰ ਤੋਂ ਰੁਖਸਤ ਹੋਏ। ਜੇ ਗੱਲ ਆਪਾਂ ਇੱਥੇ ਤੱਕ ਛੱਡ ਦੇਵਾਂਗੇ, ਇਹ ਤੇ ਐਦਾਂ ਲੱਗੇਗਾ ਜਿੱਦਾਂ ਦਾਦੀ ਮਾਂ ਜਾਂ ਨਾਨੀ ਮਾਂ ਬੱਚਿਆਂ ਨੂੰ ਕਹਾਣੀ ਸੁਣਾਈ ਸੀ, ਤੇ ਕਹਾਣੀ ਮੁੱਕੀ ਤੇ ਇੰਨੀ ਮੇਰੀ ਬਾਤ, ਉੱਤੋਂ ਪੈ ਗਈ ਰਾਤ, ਬੱਚਿਓ ਸੌਂ ਜਾਓ। ਇਹ ਗੱਲ ਨਹੀਂ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਨੂੰ ਇਹ ਸੇਧ ਦਿੱਤੀ ਕਿ ਜਦੋਂ ਇਨਸਾਨ ਸੰਗਤ ਕਰਨੀ ਸ਼ੁਰੂ ਕਰਦਾ ਹੈ ਨਾ, ਉਹਦਾ ਸੁਭਾਅ ਪਹਿਲਾਂ ਕਾਂ ਵਰਗਾ ਹੁੰਦਾ ਹੈ। ਤੇ ਕਾਂ ਦਾ ਪਤਾ ਸੁਭਾਅ ਕਿਵੇਂ ਦਾ ਹੁੰਦਾ ਹੈ? ਜਿੱਥੇ ਜ਼ਖਮ ਹੋਇਆ ਹੋਵੇ ਨਾ, ਉੱਥੇ ਜਾ ਕੇ ਡੰਗ ਮਾਰਨਾ, ਇਹ ਕਾਂ ਦਾ ਸੁਭਾਅ ਹੈ। ਔਰ ਇਹੋ ਜਿਹੇ ਸੁਭਾਅ ਵਾਲੇ ਇਨਸਾਨ ਸੰਸਾਰ ਦੇ ਵਿੱਚ ਜਿਉਂਦੇ ਹਨ, ਵਿਚਰਦੇ ਹਨ। ਜਿੱਥੇ ਕਿਤੇ ਕਿਸੇ ਨੂੰ ਮਜਬੂਰੀ ਹੋਵੇ ਨਾ, ਉੱਥੇ ਜਾ ਕੇ ਉਸ ਦੀ ਮਜਬੂਰੀ ਦਾ ਫਾਇਦਾ ਲੈਂਦੇ ਹਨ। ਜਿਸ ਤਰ੍ਹਾਂ ਮੈਂ ਇਸੇ ਗੱਲ ਦੇ ਵਿੱਚ, ਇਸੇ ਵਿਚਾਰ ਦੇ ਵਿੱਚ ਇੱਕ ਸੁਥਰੇ ਦੀ ਵਿਚਾਰ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂ। ਸੁਥਰੇ ਦੇ ਹੱਥ ਦੇ ਵਿੱਚ ਚਿੜੀ, ਤੇ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਇਹ ਦੱਸੋ ਕਿ ਇਹ ਚਿੜੀ ਜਿਉਂਦੀ ਹੈ ਕਿ ਮਰੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸੁਥਰਿਆ, ਜੇ ਗੁਰੂ ਪਾਤਸ਼ਾਹ ਜੀ ਸੋਚੇ, ਕਹਿਣ ਲੱਗੇ, ਜੇ ਮੈਂ ਕਿਹਾ ਇਹ ਚਿੜੀ ਜਿਉਂਦੀ ਹੈ ਤੇ ਇਹਨੇ ਮੁੱਠ ਘੁੱਟ ਦੇਣੀ ਹੈ, ਤੇ ਜੇ ਮੈਂ ਕਹਿ ਦਿੱਤਾ ਚਿੜੀ ਮਰੀ ਹੈ ਤੇ ਇਹਨੇ ਮੁੱਠ ਖੋਲ ਦੇਣੀ ਹੈ, ਚਿੜੀ ਨੇ ਉੱਡ ਜਾਣਾ ਹੈ। ਸਾਹਿਬ ਕਹਿਣ ਲੱਗੇ, ਸੁਥਰਿਆ, ਇਹ ਤੇ ਤੂੰ ਹੀ ਦੱਸ ਸਕਦਾ ਹੈ ਚਿੜੀ ਜਿਉਂਦੀ ਹੈ ਕਿ ਮਰੀ ਹੈ। ਕਹਿਣ ਲੱਗਾ, ਗੁਰੂ ਪਾਤਸ਼ਾਹ ਜੀ, ਇਸੇ ਹੀ ਤਰ੍ਹਾਂ ਜਿਹੜੇ ਤਾਕਤਵਰ ਲੋਕ ਹਨ, ਉਹ ਦੂਜਿਆਂ ਦੀ ਜ਼ਿੰਦਗੀ ਆਪਣੇ ਹੱਥ ਦੇ ਵਿੱਚ ਫੜ ਕੇ ਕਹਿੰਦੇ ਹਨ, ਦੱਸੋ ਜਿਉਣਾ ਹੈ ਕਿ ਮਰਨਾ ਹੈ। ਦੂਜਿਆਂ ਦੀ ਮਜਬੂਰੀਆਂ ਦਾ ਨਾਜਾਇਜ਼ ਫਾਇਦਾ ਲੈਂਦੇ ਹਨ, ਦੱਸੋ ਜਿਉਣਾ ਹੈ ਕਿ ਮਰਨਾ ਹੈ। ਔਰ ਇਹ ਬਿਰਤੀ ਹੈ ਕਾਂ ਵਾਲੀ। ਕਾਂ ਦਾ ਸੁਭਾਅ ਹੈ, ਜਿੱਥੇ ਕਿਸੇ ਦੀ ਮਜਬੂਰੀ ਹੈ, ਉੱਥੇ ਜਿੱਥੇ ਜ਼ਖਮ ਹੈ,
ਉੱਥੇ ਠੂੰਗਾ ਮਾਰਨਾ ਤੇ ਆਪਣਾ ਮਾਸ ਖਾ ਲੈਣਾ। ਇਹੋ ਜਿਹਾ ਸੁਭਾਅ ਹੁੰਦਾ ਏ ਗੁਰੂ ਦੇ ਦਰ ਤੇ ਆਉਣ ਤੋਂ ਪਹਿਲਾਂ, ਕਾਂ ਵਾਲਾ ਸੁਭਾਅ। ਤੇ ਜਦੋਂ ਇਨਸਾਨ ਲਗਾਤਾਰ ਗੁਰੂ ਦਰਬਾਰ 'ਚ ਹਾਜ਼ਰੀਆਂ ਭਰਦਾ ਰਹਿੰਦਾ ਹੈ, ਫਿਰ ਕੁਝ ਲੋਕ ਵਿਚਾਰ ਕਰਦੇ ਹਨ, ਕਹਿੰਦੇ ਹਨ ਕਿ ਭਲਿਆ ਲੋਕਾ, ਦੇਖ ਤੂੰ ਗੁਰੂ ਘਰ ਜਾਂਦਾ ਹੈ, ਗੁਰੂ ਘਰੋਂ ਸਿੱਖਿਆ ਵੀ ਮਿਲਦੀ ਹੈ। ਗੁਰੂ ਦੀ ਸਿੱਖਿਆ ਸੁਣ ਕੇ ਉਹ ਕਹਿੰਦਾ ਚਲੋ ਮੈਂ ਗੁਰੂ ਦਾ ਪਹਿਰਾਵਾ ਧਾਰਨ ਕਰ ਲੈਣਾ ਹੈ। ਪਹਿਰਾਵਾ ਧਾਰਨ ਕਰ ਲਿਆ, ਅੰਮ੍ਰਿਤਪਾਨ ਕਰ ਲਿਆ, ਔਰ ਗੁਰੂ ਦਾ ਦੱਸਿਆ ਹੋਇਆ ਜੋ ਲਿਬਾਸ ਹੈ ਉਹ ਇਹ ਨਹੀਂ ਹੈ ਕਿ ਚੋਲਾ ਪਾ ਲਿਆ ਕਿ ਜਾਂ ਕੋਈ ਹੋਰ। ਹਾਂ, ਸਮਾਜਿਕ ਪਹਿਰਾਵੇ ਦੇ ਵਿੱਚ ਵਿਚਰਨ ਵਾਸਤੇ, ਉਹ ਦੂਜਿਆਂ ਨੂੰ ਦਿਖਾਉਣ ਵਾਸਤੇ ਕੁਝ ਚੋਲੇ ਦਾ ਧਾਰਨੀ ਹੋ ਜਾਂਦਾ ਹੈ, ਕੋਈ ਕੱਪੜਾ ਪਹਿਨ ਲੈਂਦਾ, ਕੋਈ ਕੱਪੜਾ। ਮੈਂ ਬੇਨਤੀ ਕਰਾਂ, ਕੱਪੜਾ ਸੰਤ ਨਹੀਂ ਹੁੰਦਾ। ਪੈਂਟ ਸ਼ਰਟ ਪਾਉਣ ਵਾਲਾ ਵੀ ਰੱਬ ਦਾ ਪਿਆਰਾ ਹੋ ਸਕਦਾ ਹੈ, ਤੇ ਵੱਡਾ ਸਾਰਾ ਚੋਲਾ ਪਾਉਣ ਵਾਲਾ, ਵੱਡੀ ਸਾਰੀ ਮਾਲਾ ਪਾਉਣ ਵਾਲਾ ਵੀ ਰੱਬ ਤੋਂ ਦੂਰ ਜਾ ਸਕਦਾ ਹੈ। ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜਦੋਂ ਸਿੱਧ ਕਹਿਣ ਲੱਗੇ ਜੋਗੀ ਬਣ ਜਾਓ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਜੋਗੀ ਅਸੀਂ ਹੈਗੇ ਹਾਂ। ਕਹਿਣ ਲੱਗੇ ਕਿੱਥੇ ਤੁਹਾਡੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਮੁੰਦਰਾਂ, ਕਿੱਥੇ ਤੁਹਾਡੇ ਸਰੀਰ ਦੇ ਉੱਤੇ ਮਲੀ ਹੋਈ ਰਾਖ, ਕਿੱਥੇ ਹੈ ਤੁਹਾਡੇ ਕੋਲ ਜਿਸ ਤਰ੍ਹਾਂ ਜੋਗੀਆਂ ਦੇ ਕੋਲ ਡੰਡਾ ਹੁੰਦਾ ਹੈ, ਕਿੱਥੇ ਹੈ ਤੁਹਾਡੇ ਕੋਲੇ ਝੋਲੀ, ਜੋਗੀਆਂ ਵਾਲਾ ਪਹਿਰਾਵਾ ਤੁਹਾਡਾ ਕਿੱਥੇ ਹੈ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਭਲਿਓ, ਜੇ ਬਣਾਉਣਾ ਹੈ ਤਨ ਨੂੰ ਜੋਗੀ, ਉਹ ਤੇ ਮੇਰੇ ਵੱਲੋਂ ਤੁਸੀਂ ਵੇਖ ਨਹੀਂ ਸਕਦੇ। ਜੇ ਬਣਾਉਣਾ ਹੈ ਮਨ ਨੂੰ ਜੋਗੀ, ਤੇ ਸਾਰੇ ਹੀ ਮੈਂ ਮਨ ਦੇ ਚਿੰਨ੍ਹ ਜੋਗੀਆਂ ਵਾਲੇ ਦੱਸ ਸਕਦਾ ਹਾਂ ਕਿ ਆ ਸਾਰੇ ਦੇਖੋ ਚਿੰਨ੍ਹ ਜੋਗੀਆਂ ਵਾਲੇ ਮੇਰੇ ਕੋਲ ਹਨ। ਸਿੱਧਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਪਹਿਰਾਵਾ ਜੋਗੀਆਂ ਵਾਲਾ, ਤੇ ਤੁਹਾਡੇ ਤਨ ਤੇ ਪਾਇਆ ਹੋਇਆ ਪਹਿਰਾਵਾ ਹੈ, ਮੇਰੇ ਮਨ ਤੇ ਪਾਇਆ ਹੋਇਆ ਪਹਿਰਾਵਾ ਹੈ। ਅਸਲ ਦੇ ਵਿੱਚ ਪਹਿਰਾਵਾ ਮਨ ਦੇ ਉੱਪਰ ਹੀ ਪੈਣਾ ਚਾਹੀਦਾ ਹੈ। ਕਿਉਂ? ਕਿਉਂਕਿ ਜਿਹੜਾ ਕੰਮ ਕਰਨਾ ਹੈ, ਜਿੱਧਰ ਨੂੰ ਚੱਲਣਾ ਹੈ, ਜਿੱਧਰ ਨੂੰ ਮੁੜਨਾ ਹੈ, ਜਿੱਧਰੋਂ ਆਉਣਾ ਹੈ, ਜਿੱਧਰ ਨੂੰ ਜਾਣਾ ਹੈ, ਜਿੱਧਰ ਨੂੰ ਜਾਣ ਦੀ ਸਲਾਹ ਕਰਨੀ ਹੈ, ਹਰ ਇੱਕ ਗੱਲ ਮਨ ਕਰਦਾ ਹੈ। ਤੇ ਜਦੋਂ ਸਾਰੀਆਂ ਗੱਲਾਂ ਮਨ ਕਰਦਾ ਹੈ, ਤੇ ਤਨ ਤੇ ਪਾਇਆ ਹੋਇਆ ਚੋਲਾ, ਤਨ ਤੇ ਪਾਏ ਹੋਏ ਪਹਿਰਾਵੇ ਦੇ ਸਾਰੇ ਹੀ ਬਸਤਰ, ਉਹ ਇਨਸਾਨ ਕਿਵੇਂ ਧਾਰਮਿਕ ਹੋ ਸਕਦਾ ਹੈ? ਮੈਂ ਬੇਨਤੀ ਕਰਾਂ, ਤਨ ਦੇ ਉੱਪਰ ਪਾਇਆ ਹੋਇਆ ਚੋਲਾ ਕੇਵਲ ਦਿਖਾਵੇ ਦਾ ਲਿਬਾਸ ਹੋ ਸਕਦਾ ਹੈ, ਪਰ ਜਿਸ ਦੇ ਮਨ ਦੇ ਉੱਪਰ ਧਾਰਮਿਕ ਲਿਬਾਸ ਪਹਿਨਿਆ ਜਾਵੇ ਨਾ, ਉਹ ਕਦੇ ਵੀ ਦੁਬਾਰਾ ਅਧਾਰਮਿਕ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਇਹ ਗੱਲ ਕਹੀ ਸੀ, ਕਹਿਣ ਲੱਗੇ ਮੁੰਦਾ ਸੰਤੋਖ। ਮੁੰਦਾ ਦਾ ਭਾਵ ਮੁੰਦਰਾਂ, ਜੋਗੀਆਂ ਦੇ ਕੰਨਾਂ ਦੇ ਵਿੱਚ ਮੁੰਦਰਾਂ ਹੁੰਦੀਆਂ ਹਨ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਸੰਤੋਖ ਦੀਆਂ ਮੁੰਦਰਾਂ ਪਾਈਆਂ ਹਨ। ਆ ਸਾਰੀ ਪੌੜੀ ਸੁਣ ਲੈਣਾ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਕਹਿਣ ਲੱਗੇ ਸਾਡਾ ਪੰਥ ਤੇ ਆਈ ਹੈ, ਤੁਹਾਡਾ ਪੰਥ ਕਿਹੜਾ ਹੈ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਸਾਡਾ ਪੰਥ ਵੀ ਆਈ ਹੈ। ਕਹਿਣ ਲੱਗੇ ਹੱਦ ਹੋ ਗਈ, ਸਾਡਾ ਪੰਥ ਆਈ ਹੈ, ਸਾਡੇ ਪਹਿਰਾਵਾ ਆਏ, ਅਸੀਂ ਆ ਪਹਿਨਦੇ ਹਾਂ, ਆ ਅਸੀਂ ਖਾਂਦੇ ਹਾਂ, ਤੇ ਸਾਡੇ ਪੰਥ ਦੇ ਵਿੱਚ ਇੰਨੇ ਲੋਕ ਹਨ, ਤੁਹਾਡੇ ਪੰਥ ਬਾਰੇ ਥੋੜ੍ਹਾ ਜਿਹਾ ਜ਼ਿਕਰ ਕਰੋ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਭਲਿਓ, ਸਾਡਾ ਪੰਥ ਆਈ ਪੰਥੀ ਸਗਲ ਜਮਾਤੀ, ਸਾਰਿਆਂ ਦੇ ਨਾਲ ਮਿਲ ਕੇ ਚੱਲਣਾ ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ। ਮੈਂ ਹੈਰਾਨ ਹਾਂ, ਅੱਜ ਦਾ ਸਿੱਖ ਇੱਕ ਗੁਰਦੁਆਰੇ ਦੇ ਨਾਲ ਦੂਜਾ ਗੁਰਦੁਆਰਾ ਹੀ ਨਹੀਂ ਮਿਲ ਕੇ ਚੱਲ ਸਕਦਾ, ਤੇ ਇਹ ਇਨਸਾਨਾਂ ਨੂੰ ਨਾਲ ਲੈ ਕੇ ਕਿਵੇਂ ਚੱਲੇਗਾ? ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੱਖ ਅਖਵਾਉਣ ਵਾਲੇ ਹਾਂ, ਪਰ ਸਾਡੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਹ ਸਿੱਖਿਆ ਨਹੀਂ ਹੈ ਜੋ ਚਾਹੀਦੀ ਹੈ। ਆਈ ਪੰਥੀ ਸਗਲ ਜਮਾਤੀ, ਤੇ ਕਹਿਣ ਲੱਗੇ ਮਨ ਜੀਤੇ ਜਗ ਜੀਤ। ਜਿਹੜਾ ਇਨਸਾਨ ਮਨ ਦੀਆਂ ਖੁਆਇਸ਼ਾਂ ਨੂੰ, ਮਨ ਦੇ ਫੁਰਨਿਆਂ ਨੂੰ ਜਿੱਤ ਲੈਂਦਾ ਹੈ ਨਾ, ਉਹ ਜੱਗ ਨੂੰ ਜਿੱਤਣ ਦੇ ਸਮਰੱਥ ਹੋ ਜਾਂਦਾ ਹੈ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਵਿਚਾਰ ਦੇ ਨਾਲ ਆਪਾਂ ਵਿਚਾਰ ਕਰਦੇ ਪਏ ਸਾਂ, ਜਿਹੜਾ ਇਨਸਾਨ ਗੁਰੂ ਦਰ ਤੇ ਆਉਂਦਾ ਹੈ ਉਹ ਪਹਿਰਾਵਾ ਧਾਰਨ ਕਰ ਲੈਂਦਾ ਹੈ ਤਨ ਦੇ ਉੱਤੇ, ਤੇ ਜੇ
ਉਹ ਬਾਣੀ ਸੁਣਦਾ ਰਵੇ, ਬਾਣੀ ਪੜ੍ਹਦਾ ਰਵੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੱਸੇ ਹੋਏ ਵਿਚਾਰਾਂ ਤੇ ਚੱਲਦਾ ਰਵੇ, ਤੇ ਫਿਰ ਉਸ ਤੋਂ ਬਾਅਦ ਉਸ ਦੇ ਮਨ ਦਾ ਸੁਭਾਅ, ਦਿਲ ਦਾ ਸੁਭਾਅ ਕੀ ਹੋ ਜਾਂਦਾ ਹੈ? ਹੰਸ ਵਰਗਾ। ਪਹਿਲਾ ਕਾਂ, ਉਸ ਤੋਂ ਬਾਅਦ ਦੇ ਵਿੱਚ ਬਗਲਾ, ਤੇ ਫਿਰ ਹੰਸ। ਫਿਰ ਉਸ ਦਾ ਸੁਭਾਅ ਹੋ ਜਾਂਦਾ ਹੈ ਹੰਸ ਵਰਗਾ। ਤੇ ਹੰਸ ਦਾ ਕੰਮ ਕੀ ਹੈ? ਹੰਸ ਦੀ ਚੁੰਝ ਦੇ ਵਿੱਚ ਖਟਾਸ ਹੁੰਦੀ ਹੈ, ਤੇ ਉਹ ਕੀ ਕਰਦਾ ਹੈ? ਦੁੱਧ ਦੇ ਵਿੱਚ ਆਪਣੀ ਜਦੋਂ ਚੁੰਝ ਪਾਉਂਦਾ ਹੈ ਨਾ, ਤੇ ਦੁੱਧ ਫਟ ਜਾਂਦਾ ਹੈ। ਦੁੱਧ ਫਟ ਜਾਂਦਾ ਹੈ, ਉਹ ਵਿੱਚੋਂ ਫੁੱਟੀਆਂ ਚੁੱਕ ਕੇ ਖਾ ਲੈਂਦਾ ਹੈ, ਪਾਣੀ ਛੱਡ ਦਿੰਦਾ ਹੈ। ਤੇ ਇਸੇ ਹੀ ਤਰ੍ਹਾਂ ਜਿਹੜਾ ਇਨਸਾਨ ਇਸ ਤਰ੍ਹਾਂ ਦੀ ਸੋਚ ਦਾ ਧਾਰਨੀ ਹੋ ਜਾਂਦਾ ਹੈ, ਹੰਸ ਦੀ ਸੋਚ ਵਰਗਾ, ਉਹ ਕੇਵਲ ਤੇ ਕੇਵਲ ਉੱਥੋਂ ਪ੍ਰਾਪਤ ਕਰਦਾ ਹੈ ਫੁੱਟੀਆਂ, ਭਾਵ ਕਿ ਜਿਸ ਚੀਜ਼ ਦੇ ਨਾਲ ਉਸ ਦਾ ਕੋਈ ਮੇਲ ਜੋਲ ਸੰਬੰਧ ਨਹੀਂ ਹੈ, ਉਸ ਨੂੰ ਹਾਸਲ ਨਹੀਂ ਕਰਦਾ। ਜਿਸ ਤਰ੍ਹਾਂ ਇੱਥੇ ਵਿਚਾਰ ਇੱਕ ਮੇਰੇ ਮਨ ਦੇ ਵਿੱਚ ਹੋਰ ਆਈ ਕਿ ਕਬੀਰ ਰਸ ਕੋ ਗਾਂਡੋ ਚੂਸੀ ਹੈ। ਰਸ ਵਾਸਤੇ ਗੰਨਾ ਆਪਾਂ ਚੂਪਦੇ ਹਾਂ, ਤੇ ਜਦੋਂ ਗੰਨਾ ਅਸੀਂ ਚੂਪ ਲੈਂਦੇ ਹਾਂ, ਕਿ ਅਸੀਂ ਉਸ ਰਸ ਨੂੰ ਗੰਨਾ ਚੂਪਣ ਤੋਂ ਬਾਅਦ ਜਿਹੜਾ ਉਹ ਛਿੱਲ ਹੁੰਦੀ ਹੈ, ਜੋ ਚੂਸਿਆ ਹੋਇਆ ਬਾਕੀ ਰਹਿ ਜਾਂਦਾ ਹੈ, ਕਿ ਉਸ ਨੂੰ ਅਸੀਂ ਆਪਣੇ ਮੂੰਹ ਦੇ ਵਿੱਚ ਰੱਖ ਛੱਡਦੇ ਹਾਂ ਕਿ ਜਾਂ ਸੁੱਟ ਦਿੰਦੇ ਹਾਂ? ਸਾਡਾ ਉਸ ਨਾਲ ਸੰਬੰਧ ਟੁੱਟ ਜਾਂਦਾ ਹੈ। ਸੋ ਇਸ ਕਰਕੇ ਰਸ ਕੋ ਗਾਂਡੋ ਚੂਸੀਏ, ਗੁਣ ਕੋ ਮਰੀਏ ਰੋਏ, ਅਵਗਣਿਆਰੇ ਮਾਨਸੈ ਭਲੋ ਨਾ ਕਹਿ ਹੈ ਕੋਏ। ਕੇਵਲ ਤੇ ਕੇਵਲ ਗੁਣਾਂ ਦੀ ਸਾਂਝ ਰੱਖਦਾ ਹੈ ਜੋ ਗੁਰਮੁਖ ਪਿਆਰਾ ਹੰਸ ਵਰਗੀ ਬਿਰਤੀ ਦਾ ਹੋ ਜਾਂਦਾ ਹੈ। ਤੇ ਜਦੋਂ ਹੰਸ ਵਰਗੀ ਬਿਰਤੀ ਦਾ ਹੋ ਜਾਂਦਾ ਹੈ ਨਾ, ਤੇ ਫਿਰ ਉਸ ਦੀ ਮੁਕਤੀ ਹੋ ਜਾਂਦੀ ਹੈ। ਇਹ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਾਖੀ। ਵੈਸੇ ਤਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਬਹੁਤ ਸਮਝਾ ਚੁੱਕੇ ਹਨ ਕਿ ਭਲਿਓ ਲੋਕੋ, ਸਾਂਝ ਕੀਜੇ ਗੁਣਾ ਕੇਰੀ, ਛੋੜ ਅਵਗਣ ਚੱਲੀਏ। ਅੱਜ ਇਨਸਾਨ ਕਹਿੰਦਾ ਮੈਂ ਦੁਖੀ ਪਤਾ ਨਹੀਂ ਕਿਉਂ ਆ। ਮੈਂ ਬੇਨਤੀ ਕਰਾਂ, ਜਿੰਨਾ ਮੇਰੇ ਤੇ ਹਨੇਰੀ ਝੁੱਲੀ ਸੀ ਨਾ, ਜੇ ਮੇਰੇ ਕੋਲ ਬਾਣੀ ਨਾ ਹੁੰਦੀ ਤੇ ਬਹੁਤ ਜ਼ਿਆਦਾ ਪਤਾ ਨਹੀਂ ਕੀ ਬਣ ਜਾਣਾ ਸੀ। ਬਾਣੀ ਨੇ ਮੈਨੂੰ ਇੱਦਾਂ ਥੰਮੀ ਦਿੱਤੀ ਕਿ ਜਿਉਂ ਮੰਦਰ ਕੋ ਥਾਮੇ ਥੰਮਣ। ਆਪਣਾ ਘਰ ਹੈ ਨਾ, ਉਸ ਦੀਆਂ ਚਾਰ ਦੀਵਾਰਾਂ ਨੇ ਛੱਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਥੰਮੀ ਦਿੱਤੀ ਹੋਈ ਹੈ। ਜਿਉਂ ਮੰਦਰ ਕੋ ਥਾਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ। ਇੱਦਾਂ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼, ਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਡੇ ਮਨ ਨੂੰ, ਸਾਡੇ ਦਿਲ ਨੂੰ ਥੰਮੀ ਦੇ ਕੇ ਰੱਖਦੀ ਏ। ਕਹਿੰਦੀ ਏ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਇੱਕ ਮੈਂ ਇੱਥੇ ਹੋਰ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂ। ਇੱਕ ਬਾਣੀ ਦਾ ਬੋਲ ਹੈ, ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ। ਕਈਆਂ ਦੇ ਮਨ ਦੇ ਵਿੱਚ ਖਿਆਲ ਆ ਵੀ ਜਾਵੇਗਾ, ਜੇਕਰ ਉਸੇ ਗਲਤ ਹੋਇਆ ਸੀ ਤੇ ਹੁਣ ਤੁਸੀਂ ਛੱਡੋ। ਮੈਂ ਬੇਨਤੀ ਕਰਾਂ, ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ। ਜਿਹੜੇ ਕਹਿੰਦੇ ਤੁਹਾਨੂੰ ਮੁਕੀਆਂ ਮਾਰਦੇ ਹਨ, ਤੁਹਾਡੇ ਨਾਲ ਗਲਤ ਵਿਹਾਰ ਕਰਦੇ, ਉਹਨਾਂ ਨੂੰ ਦੁਬਾਰਾ ਮਾਰੋ ਨਾ। ਪਰ ਇਹ ਤੇ ਵੇਖ ਲਓ, ਮੁੱਕੀ ਵੱਜੀ ਕਿਸ ਕਾਰਨ ਹੈ। ਇਹ ਨਾ ਹੋਵੇ ਕਿ ਮੁੱਕੀਆਂ ਹੀ ਵੱਜਦੀਆਂ ਰਹਿਣ। ਇੱਦਾਂ ਗੁਰਬਾਣੀ ਸਿਖਾਉਂਦੀ ਨਹੀਂ ਹੈ। ਗੁਰਬਾਣੀ ਸਿਖਾਉਂਦੀ ਹੈ ਕਿ ਵੇਖ ਤੇਰੇ ਨਾਲ ਇਹ ਹੋਇਆ ਕਿਉਂ, ਕਿਵੇਂ ਹੋਇਆ। ਔਰ ਦੂਜੀ ਗੱਲ ਇਹ ਵੀ ਹੈ, ਜਦੋਂ ਤੁਹਾਨੂੰ ਚੁੱਪ ਕੀਤਿਆਂ ਨੂੰ ਕੋਈ ਬੈਠਾ ਟਿਕਣ ਨਾ ਦੇਵੇ, ਤੇ ਫਿਰ ਅਗਲੀ ਗੱਲ ਦਸਮ ਪਾਤਸ਼ਾਹ ਜੀ ਦਾ ਬੋਲ ਹੈ, ਚੂੰ ਕਰ ਆ ਜਾਵਾਂ ਹੀਲ ਤੇ ਦਰ ਗੁਜਸ਼, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ। ਭਾਵ ਕਿ ਜਦੋਂ ਕਿਸੇ ਹੀਲੇ ਗੱਲ ਨਾ ਬਣੇ, ਉਦੋਂ ਫਿਰ ਜਦੋਂ ਕਿਸੇ ਹੀਲੇ ਗੱਲ ਨਾ ਬਣੇ, ਉਦੋਂ ਫਿਰ ਤਲਵਾਰ ਖਿੱਚਣੀ ਪੈਂਦੀ ਹੈ। ਅੱਜ ਦੇ ਮਾਹੌਲ ਦੇ ਵਿੱਚ, ਪਿਛਲੇ ਮਾਹੌਲ ਦੇ ਵਿੱਚ ਹਰੇਕ ਥਾਂ ਤੇ ਤਲਵਾਰ ਦਾ ਰੂਪ ਬਦਲਦਾ ਰਿਹਾ ਹੈ। ਸੋ ਮੈਂ ਬੇਨਤੀ ਕਰਾਂ, ਅੱਜ ਦੀ ਕਥਾ, ਅੱਜ ਦੇ ਵਿਚਾਰ ਆਪਾਂ ਇਹ ਸਾਂਝੇ ਕੀਤੇ ਹੈ ਕਿ ਪਹਿਲਾਂ ਤੇ ਆਪਣਾ ਸੁਭਾਅ ਗੁਰਬਾਣੀ ਦੇ ਨਾਲ ਜੋੜਨਾ ਹੈ। ਕਾਂ ਤੋਂ ਬਗਲਾ, ਬਗਲੇ ਤੋਂ ਹੰਸ, ਤੇ ਹੰਸ ਤੋਂ ਬਾਅਦ ਦੇ ਵਿੱਚ ਮੁਕਤੀ। ਮੁਕਤੀ ਉਦੋਂ ਹੋਵੇਗੀ, ਮੈਂ ਵਿਚਾਰ ਕੀਤੀ ਸੀ, ਅਸੀਂ ਕਹਿੰਦੇ ਦੁਖੀ ਪਤਾ ਨਹੀਂ ਕਿਉਂ ਆ। ਹਰ ਰੋਜ਼ ਸਾਡੇ ਐਸ ਹਿਰਦੇ ਦੇ ਵਿੱਚ, ਸਾਡੇ ਐਸ ਮਨ ਦੇ ਵਿੱਚ ਕੀ ਜਾਂਦਾ ਹੈ? ਲੋਕਾਂ ਦੀਆਂ ਚੁਗਲੀਆਂ, ਲੋਕਾਂ ਦੀਆਂ ਬੁਰਾਈਆਂ, ਲੋਕਾਂ ਦਾ
ਕੂੜਾ ਅਸੀਂ ਆਪਣੇ ਘਰ ਲੈ ਕੇ ਆਉਨੇ ਆ। ਦੇਖਣਾ, ਹਰ ਰੋਜ਼ ਜਿਹੜਾ ਇਨਸਾਨ ਬੰਦਾ ਬਾਹਰੋਂ ਆਪਣੇ ਘਰ ਕੂੜਾ ਲਈ ਆਵੇਗਾ ਕਿ ਢੇਰ ਲੱਗ ਜਾਣਗੇ ਕੂੜੇ ਦੇ। ਤੇ ਅੱਜ ਮਨਾਂ ਦੇ ਵਿੱਚ ਲੋਕਾਂ ਦੀਆਂ ਬੁਰਾਈਆਂ ਦੇ ਢੇਰ ਲੱਗੇ ਹਨ। ਤੇ ਮੈਂ ਬੇਨਤੀ ਕਰਾਂ, ਇਸ ਜ਼ਿੰਦਗੀ ਦੇ ਵਿੱਚ ਘੰਟਾ ਅੱਧਾ ਘੰਟਾ ਆਪਣੇ ਵਾਸਤੇ ਰੱਖੋ, ਜਿਸ ਦੇ ਨਾਲ ਤੁਸੀਂ ਆਪਣੇ ਮਨ ਦੀ ਸਫਾਈ ਕਰੋਗੇ। ਔਰ ਜਦੋਂ ਇਨਸਾਨ ਆਪਣੇ ਮਨ ਦੀ ਸਫਾਈ ਕਰਨ ਲੱਗ ਪੈਂਦਾ ਹੈ ਨਾ, ਕੂੜਾ ਕਰਕਟ ਹੁੰਜੀ ਜਾਂਦਾ ਹੈ ਤੇ ਹੌਲੀ ਹੌਲੀ ਬਹੁਤ ਜ਼ਿਆਦਾ ਸਾਫ਼ ਹੋ ਕੇ ਰਹਿ ਜਾਂਦਾ ਹੈ। ਸੋ ਇਹ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਆਪਣੇ ਜੀਵਨ ਨੂੰ ਖੁਦ ਬਦਲਣਾ, ਦੂਜਾ ਤੀਜਾ ਚੌਥਾ ਕੋਈ ਨਹੀਂ ਬਦਲ ਸਕਦਾ। ਗੁਰੂ ਦੀ ਬਾਣੀ ਨੇ ਵੀ ਇਹ ਗੱਲ ਕਹੀ ਹੈ, ਫਰੀਦਾ ਕੂ ਕਹਿੰਦੇ ਆ ਚਾਗਿੰਦੇ ਆ ਮੱਤੀ ਦਿੰਦੇ ਆ ਨਿਤ। ਸਾਹਿਬ ਕਹਿੰਦੇ ਨੇ ਮੱਤਾਂ ਤੇ ਮੈਂ ਵੀ ਬੜੀਆਂ ਦਿੱਤੀਆਂ। ਕੀ ਹੁਣ ਗੁਰੂ ਸਾਹਿਬਾਂ ਦੇ ਵੇਲੇ ਜਿਨ੍ਹਾਂ ਸਿੱਖਾਂ ਨੇ ਗੁਰੂ ਪਾਤਸ਼ਾਹ ਜੀ ਦਾ ਕਹਿਣਾ ਨਹੀਂ ਮੰਨਿਆ, ਕਿ ਉਹਨਾਂ ਤੇ ਗੁਰੂ ਪਾਤਸ਼ਾਹ ਜੀ ਦਾ ਅਸਰ ਨਹੀਂ ਹੋਇਆ? ਸਾਧ ਸੰਗਤ ਜੀਓ, ਜਿਹੜੇ ਇਨਸਾਨ ਆਪਣੇ ਆਪ ਨੂੰ ਆਪ ਬਦਲਣਾ ਚਾਹੁੰਦੇ ਹਨ, ਗੁਰੂ ਦੀ ਬਾਣੀ ਦਾ ਉਹਨਾਂ ਦੇ ਉੱਤੇ ਅਸਰ ਹੋ ਜਾਂਦਾ ਹੈ। ਜਿਹੜੇ ਨਹੀਂ ਬਦਲਣਾ ਚਾਹੁੰਦੇ, ਉਹਨਾਂ ਦੇ ਉੱਤੇ ਤੇ ਐਵੇਂ ਗੱਲ ਹੈ, ਫਰੀਦਾ ਕੂ ਕਹਿੰਦੇ ਆ ਚਗਿੰਦੇ ਆ ਮੱਤੀ ਦਿੰਦੇ ਆ ਨਿਤ, ਜੋ ਸ਼ੈਤਾਨ ਵੰਝਾਇਆ ਸੇ ਕਿਤ ਫੇਰੇ ਚਿੱਤ। ਕੋਈ ਵੀ ਇਨਸਾਨ ਕਿਸੇ ਦੇ ਦਿਮਾਗ ਦੇ ਵਿੱਚ ਘੋਲ ਕੇ ਨਹੀਂ ਪਾ ਸਕਦਾ। ਸੋ ਵਿਚਾਰਾਂ ਬਹੁਤ ਲੰਮੀਆਂ ਨਾ ਹੋ ਜਾਣ। ਆਪ ਜੀ ਦੇ ਨਾਲ ਇੰਨੀ ਵਿਚਾਰ ਸਾਂਝੀ ਕਰਦਾ ਹੋਇਆ ਖਿਮਾ ਦਾ ਜਾਚਕ ਹੈ। ਮੇਰੇ ਕੋਲੋਂ ਕੋਈ ਵਿਚਾਰਾਂ ਕਰਦੇ ਆ, ਜੋ ਬੋਲ ਆਪ ਜੀ ਨੂੰ ਨਾ ਚੰਗੇ ਲੱਗੇ ਹੋਣ, ਉਹ ਮੇਰੇ ਨਾਲ ਸਾਂਝੇ ਕਰ ਲੈਣਾ। ਕਈ ਵਾਰੀ ਇਹ ਹੁੰਦਾ ਹੈ, ਇਨਸਾਨ ਆਪਣੇ ਮਨ ਦੇ ਵਿੱਚ ਰੱਖ ਲੈਂਦਾ ਹੈ ਕਿ ਆਹ ਗੱਲ ਮੈਨੂੰ ਚੰਗੀ ਨਹੀਂ ਲੱਗੀ, ਔਰ ਇਨਸਾਨ ਤੋਂ ਦੂਰੀ ਵਧਾਉਣ ਲੱਗ ਪੈਂਦਾ ਹੈ। ਆਪਸ ਵਿੱਚ ਜਿਸ ਤਰ੍ਹਾਂ ਤੁਸੀਂ ਕਮੈਂਟ ਕਰਦੇ ਹੋ ਨਾ, ਮੈਨੂੰ ਸਾਰੇ ਮੇਰੇ ਕਮੈਂਟ ਕਰਨ ਵਾਲੇ ਬੜੇ ਪਿਆਰੇ ਹਨ ਮੇਰੇ। ਮੈਂ ਦੇਖਦਾ, ਮੈਂ ਵੀਡੀਓ ਅਪਲੋਡ ਕਰਦਾ, ਨਾਲ ਦੀ ਨਾਲ ਹੀ ਤੁਹਾਡੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਹਨ। ਮੈਂ ਬਹੁਤ ਜ਼ਿਆਦਾ ਆਪ ਜੀ ਦਾ ਸਤਿਕਾਰ ਕਰਦਾ ਹਾਂ। ਮੇਰੇ ਇਸ ਥਾਂ 'ਤੇ ਤੁਸੀਂ ਰਹਿੰਦੇ ਹੋ, ਦਿਲ ਦੇ ਵਿੱਚ ਰਹਿੰਦੇ ਹੋ, ਅਤੇ ਦਿਲਾਂ ਦੇ ਪਿਆਰਿਆਂ ਵਾਸਤੇ ਅੱਜ ਮੈਂ ਸੋਚਿਆ ਕਿਉਂ ਨਾ ਕੋਈ ਸਾਖੀ, ਕੋਈ ਗੁਰੂ ਦੀ ਬਾਣੀ ਦੀ ਵਿਚਾਰ ਕੀਤੀ ਜਾਵੇ। ਤੋ ਵਿਚਾਰਾਂ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਜੀ। ਰਲ ਮਿਲ ਕੇ ਸਾਂਝ ਕਰੀਏ ਫਤਿਹ ਦੀ, ਰਲ ਕੇ ਪਿਆਰ ਦੇ ਨਾਲ ਸਾਰੇ ਜਾਣੇ ਮਿਲ ਕੇ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।